ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮਦੇ ਨੂਰ ਅਰਸੋਂ ਕੁਰਸੋਂ ਚੱਟੀਐ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ ਵਾਹਿਗੁਰੂ ਸਾਹਿਬ ਜੀ ਦਿਨ ਤੇ ਪਹਿਰ ਪਹਿਰ ਤੇ ਘਰਿਆ ਆਵ ਕਟੈ ਤਨ ਛਿਜੈ ਕਾਲ ਅਹੇਰੀ ਫਿਰੈ ਬਦਕ ਜਿਆ ਕਹਾ ਕਵਣ ਬਿਦ ਕੀਜੈ ਦਿਨ ਤੇ ਪਹਿਰ ਪਹਿਰ ਤੇ ਘਰਿਆ ਆਵ ਕਟੈ ਤਨ ਛਿਜੈ ਕਾਲ ਅਹੇਰੀ ਫਿਰੈ ਬਦਕ ਜਿਉ ਕਹਾ ਕਵਣ ਬਿਦ ਕੀਜੈ ਸੋ ਦਿਨ ਆਵਣ ਲਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋ ਹੈ ਕਾਕਾ ਰਹਾ ਜਬ ਲਗ ਜੋਤ ਪਾਇਆ ਮੈਂ ਬਰਤੈ ਆਪਾ ਪਸੂ ਨਾ ਬੂਝੈ ਲਾਲਚ ਕਰੈ ਜੀਵਨ ਬਦ ਕਾਰਣ ਲੋਚਨ ਕਛੂ ਨਾ ਸੋਝੈ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋੜਾ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰ ਏਕ ਕੀ ਸਰਣਾ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋੜੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰ ਏਕ ਕੀ ਸਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ 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 ਦੁਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਗੁਰ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਜੀ ਵੱਡ ਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਪਾਵਨ ਚਰਨਾਂ ਦੇ ਨਾਲ ਜੋੜਦੇ ਹੋਏ ਗੁਰ ਸ਼ਬਦ ਵਿਚਾਰ ਹੁਕਮਨਾਮੇ ਦੀ ਪਾਵਨ ਵਿਚਾਰ ਦੇ ਨਾਲ ਜੁੜਨਾ ਕਰੀਏ। ਸ਼੍ਰੋਮਣੀ ਭਗਤ
ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਧਨਾਸਰੀ ਚ ਸ਼ੋਭਾਇਮਾਨ ਹੈ। ਜਿਸ ਪਾਵਨ ਸ਼ਬਦ ਦੇ ਵਿੱਚ ਭਗਤ ਜੀ ਕਿਰਪਾ ਕਰਦੇ ਪਏ ਨੇ, ਬਖਸ਼ਿਸ਼ ਕਰਦੇ ਪਏ ਨੇ, 100 ਦਿਨ ਆਵਣ ਲੱਗਾ। 100 ਦਿਨ ਕਿਹੜਾ, ਉਹ ਦਿਨ ਜਿਸ ਦਿਨ ਤੂੰ ਇਸ ਸੰਸਾਰ ਤੋਂ ਕੂਚ ਕਰ ਜਾਣਾ ਹੈ, ਜਿਸ ਦਿਨ ਇਸ ਸੰਸਾਰ ਤੋਂ ਤੂੰ ਚਲਾ ਜਾਣਾ ਹੈ, ਉਹ ਦਿਨ ਆਇਆ ਸਮਝ। ਅੰਮ੍ਰਿਤਮਈ ਬਾਣੀ ਦੇ ਵਿੱਚ ਸ਼ਬਦ ਪੜ੍ਹੀਦਾ ਸਤਿਗੁਰੂ ਪਾਤਸ਼ਾਹ ਜੀ ਦਾ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਉਹ ਦਿਨ ਜਿੱਦਣ ਮੌਤ ਦਾ ਸੱਦਾ ਆ ਜਾਣਾ ਸਮਝੋ ਆਇਆ। ਇਹ ਨਹੀਂ ਵੀ ਕੱਲ ਨੂੰ ਆਏਗਾ, ਪਰਸੋਂ ਨੂੰ ਆਏਗਾ, ਹਲੇ ਤੇ ਟਾਈਮ ਹੈ, ਸਮਾਂ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਵਾਬ ਦਿੰਦੇ ਨੇ, ਹਮ ਆਦਮੀ ਹਾਂ ਇੱਕਦਮੇ, ਮੋਹਲਤ ਮੋਹਤ ਨਾ ਜਾਣਾ, ਇੱਕਦਮ ਦੇ। ਉਹ ਵੀ ਜਿਹੜਾ ਕੋਲ ਹੈ, ਜਿਹੜਾ ਸਵਾਸ ਲੰਘ ਗਿਆ, ਉਹ ਦੁਬਾਰਾ ਮੁੜ ਕੇ ਨਹੀਂ ਆਉਣਾ। ਜਿਹੜਾ ਹਲੇ ਆਉਣਾ ਉਹਦਾ ਪਤਾ ਨਹੀਂ ਆਵੇ ਕਿ ਨਾ ਆਵੇ। ਤਾਂ ਹੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਮਝਾਇਆ, ਆਖਿਆ ਹਰ ਜਪਦਿਆਂ ਆਖਣ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੇ ਕੀ ਨਾ ਆਵੇ ਰਾਮ। ਇਸ ਗੱਲ ਨੂੰ ਚੇਤੇ ਰੱਖੀ, ਯਾਦ ਰੱਖੀ ਵੀ ਉਹ ਦਿਨ ਆ ਰਿਹਾ, ਉਹ ਦਿਨ ਨੇੜੇ ਹੈ, ਉਹ ਸਮਾਂ ਨਜ਼ਦੀਕ ਹੈ। ਕੋਈ ਕਿਸੇ ਦਾ ਨਹੀਂ। ਜੇ ਤੂੰ ਆਖੇ ਮੈਨੂੰ ਮੌਤ ਤੋਂ, ਕਾਲ ਤੋਂ ਮਾਂ ਬਚਾ ਸਕਦੀ ਹੈ, ਮੌਤ ਕਾਲ ਤੋਂ ਮੈਨੂੰ ਪਿਓ ਬਚਾ ਸਕਦਾ ਹੈ, ਪੁੱਤਰ ਬਚਾ ਸਕਦਾ ਹੈ, ਭਰਾ ਬਚਾ ਸਕਦਾ ਹੈ, ਕੋਈ ਰਿਸ਼ਤੇਦਾਰ ਸਾਕ ਸੰਬੰਧੀ ਕੋਈ ਮੌਤ ਤੋਂ ਬਚਾ ਸਕਦਾ। ਤੇ ਭਗਤ ਜੀ ਕਹਿੰਦੇ ਨਹੀਂ। ਮਾਤ ਪਿਤਾ ਭਾਈ ਸੁਤ ਬਨਤਾ, ਕਹੋ ਕੋ ਹੈ ਕਾਕਾ। ਕੌਣ ਹੈ ਕਿਸੇ ਦਾ? ਉਹ ਵੀ ਅੰਤਲੇ ਸਮੇਂ, ਮੌਤ ਦੇ ਸਮੇਂ ਹੈ ਕਿਸੇ ਕੋਲ ਤਾਕਤ, ਕੋਈ ਕਿਸੇ ਨੂੰ ਮੌਤ ਕੋਲੋਂ ਬਚਾ ਸਕਦਾ ਹੋਵੇ? ਐਸੇ ਕਿਸੇ ਕੋਲ ਸਮਰੱਥਾ ਹੈ? ਕਿਸੇ ਮਾਂ ਕੋਲ, ਕਿਸੇ ਪਿਓ ਕੋਲ, ਕਿਸੇ ਪੁੱਤਰ ਕੋਲ, ਕਿਸੇ ਰਿਸ਼ਤੇਦਾਰ ਸਾਕ ਸੰਬੰਧੀ? ਸਤਿਗੁਰੂ ਜੀ ਤੇ ਇੱਥੇ ਤੱਕ ਕਹਿ ਦਿੰਦੇ ਨੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕਹਿਸਣ, ਪ੍ਰੇਤ ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ। ਜਿਨ੍ਹਾਂ ਨਾਲ ਬੜਾ ਹੇਤ ਸੀ, ਨੇਹ ਸੀ, ਉਹ ਛੱਡ ਕੇ ਪਿੱਛੇ ਹੋ ਕੇ ਖਲੋ ਗਏ। ਕਿਸੇ ਨੇ ਨਹੀਂ ਕਾਲ ਤੋਂ ਬਚਾ ਸਕਣਾ, ਕਿਸੇ ਨੇ ਮੌਤ ਤੋਂ ਬਚਾ ਨਹੀਂ ਸਕਣਾ, ਕਿਸੇ ਕੋਲ ਤਾਕਤ ਨਹੀਂ। ਮਰਨਾ, ਇਹ ਗੱਲ ਹਿਰਦੇ ਦੇ ਅੰਦਰ ਸਮਝਣਾ ਕਰ ਲੈ ਵੀ ਮਰਨਾ ਜਿਹੜਾ ਉਹ ਸੱਚ ਹੈ। ਮੌਤ ਜਿਹੜੀ ਇੱਕ ਅਟਲ ਸੱਚਾਈ ਹੈ, ਮਨੁੱਖ ਇਹਨੂੰ ਪ੍ਰਵਾਨ ਨਹੀਂ ਕਰਦਾ ਪਿਆ ਛੇਤੀ ਛੇਤੀ। ਜਿਹਨੇ ਪ੍ਰਵਾਨ ਕਰ ਲਈ ਨਾ, ਉਹ ਵਿਕਾਰਾਂ ਦੇ ਰਾਹ ਤੇ ਨਹੀਂ ਤੁਰਦਾ, ਉਹ ਹੰਕਾਰ ਦੀ ਬੋਲੀ ਨਹੀਂ ਬੋਲਦਾ। ਜਿਹਨੂੰ ਮੌਤ ਚੇਤੇ ਨਾ, ਉਹ ਕਦੇ ਵੀ ਐਸੀ ਸ਼ਬਦਾਵਲੀ ਨਹੀਂ ਬੋਲਦਾ ਵੀ ਉਹਦੀ ਸ਼ਬਦਾਵਲੀ ਜਿਹੜੀ ਹੈ ਉਹ ਕਿਸੇ ਦਾ ਦਿਲ ਦੁਖਾਵੇ।
ਉਹਦੀ ਸ਼ਬਦਾਵਲੀ ਜਿਹੜੀ ਹੈ ਉਹ ਕਿਤੇ ਲੋਕਾਂ ਦੇ ਵਿੱਚ ਦੁਫਾੜ ਨਾ ਕਰ ਦੇਵੇ ਲੋਕਾਂ ਨੂੰ। ਐਸੀ ਸ਼ਬਦਾਵਲੀ ਨਹੀਂ ਬੋਲਦਾ। ਜਿਹਨੂੰ ਮਰਨਾ ਯਾਦ ਹੈ, ਜਿਹਨੇ ਮੌਤ ਤੇ ਭੁਲਾਤੀ, ਉਹ ਬਹੁਤ ਕੁਛ ਬੋਲਦਾ, ਐਸਾ ਵੀ ਬੋਲਦਾ ਜਿਹਦੇ ਨਾਲ ਕਿਸੇ ਇੱਕ ਦਾ ਹਿਰਦਾ ਕੀ ਉਹ ਲੋਕਾਂ ਨੂੰ ਦੁਫਾੜ ਕੇ ਕਈ ਟੋਟੇ ਕਰਕੇ ਰੱਖ ਦਿੰਦਾ ਹੈ। ਸ਼ਬਦ ਦੀ ਆਰੰਭਤਾ ਦੇ ਅੰਦਰ ਭਗਤ ਜੀ ਕਿਰਪਾ ਕਰਦੇ ਨੇ। ਸਮਾਂ ਆਪਣੇ ਕੋਲ ਸੀਮਤ ਹੀ ਹੁੰਦਾ। ਦਿਨ ਤੇ ਪੈਰ, ਪੈਰ ਤੇ ਘਰੀਆਂ, ਜਿਹੜੀ ਸਮੇਂ ਦੀ ਵੰਡ ਸੀ ਨਾ, ਅੱਜ ਦੀ ਸਮੇਂ ਦੀ ਵੰਡ ਹੈ ਮਿੰਟਾਂ ਨਾਲ, ਸੈਕਿੰਟਾਂ ਨਾਲ, ਘੰਟਿਆਂ ਨਾਲ। ਪੁਰਾਤਨ ਸਮੇਂ ਜਿਹੜੇ ਸਮੇਂ ਦੀ ਵੰਡ ਸੀ ਉਹ ਘੜੀਆਂ ਕਰਕੇ, ਪਲ ਕਰਕੇ, ਚਸੇ ਕਰਕੇ, ਪਹਿਰ ਕਰਕੇ, 4 ਪਹਿਰਾਂ ਦਾ ਦਿਨ, 4 ਪਹਿਰਾਂ ਦੀ ਰਾਤ, 8 ਪਹਿਰਾਂ ਦਾ ਦਿਨ ਤੇ ਰਾਤ। ਅੱਜ ਕਹਿ ਲਈਏ ਵੀ ਇੱਕ ਪਹਿਰ ਜਿਹੜਾ ਉਹ 3 ਘੰਟਿਆਂ ਦਾ ਹੈ। ਇਸ ਤਰ੍ਹਾਂ ਸਮੇਂ ਦੀ ਵੰਡ ਸੀ। ਕਿੰਨੀਆਂ ਘੜੀਆਂ ਹੋ ਗਈਆਂ, ਕਿੰਨੇ ਪਹਿਰ ਹੋ ਗਏ, ਪਹਿਰ ਪਹਿਰ ਕਰਕੇ, ਘੜੀ ਘੜੀ ਕਰਕੇ, ਪਲ ਪਲ ਕਰਕੇ ਮਨੁੱਖ ਤੇਰੀ ਉਮਰ ਘਟਦੀ ਜਾਂਦੀ ਹੈ ਤੇ ਸਰੀਰ ਜਿਹੜਾ ਉਹ ਛਿੱਜਦਾ ਜਾਂਦਾ ਹੈ। ਛਿੱਜਣ ਦਾ ਭਾਵ ਹੁੰਦਾ ਕਮਜ਼ੋਰ ਹੋਣਾ। ਹੁਣ ਆਪਾਂ ਨਿਗਾਹ ਮਾਰ ਕੇ ਵੇਖੀਏ ਆਪਣੇ ਵੱਲੇ, ਕਿੰਨੇ ਛਿੱਜ ਗਏ ਆ, ਕਿੰਨੇ ਕਮਜ਼ੋਰ ਹੋ ਗਏ ਆ। ਪਤਾ ਫੇਰ ਵੀ ਨਹੀਂ, ਮੌਤ ਫੇਰ ਵੀ ਚੇਤੇ ਨਹੀਂ, ਮਰਨਾ ਫੇਰ ਵੀ ਯਾਦ ਨਹੀਂ। ਛਿੱਜ ਵੀ ਗਏ ਆ। ਭਗਤ ਜੀ ਨੇ ਫੇਰ ਇੱਕ ਆਵਾਜ਼ ਮਾਰੀ, ਭਗਤ ਫਰੀਦ ਜੀ ਨੇ। ਉਹਨਾਂ ਇੱਕ ਆਵਾਜ਼ ਮਾਰ ਕੇ ਆਖਿਆ, ਦੇਖ ਫਰੀਦਾ ਜੋ ਥੀਆ, ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ, ਪਿੱਛਾ ਰਹਿਆ, ਦੂਰ ਸਾਡੀ ਸਮਝ ਵਿੱਚ ਫੇਰ ਨਾ ਆਇਆ। ਅਸੀਂ ਕੀ ਆਖਿਆ? ਅਸੀਂ ਆਖਿਆ ਭਗਤ ਫਰੀਦ ਜੀ ਕਹਿੰਦੇ ਵੀ ਦਾੜੀ ਭੂਰ ਹੋ ਗਈ ਹੈ, ਅਸੀਂ ਇਹਨੂੰ ਭੂਰ ਹੀ ਨਹੀਂ ਰਹਿਣ ਦਿੰਦੇ। ਕੀ ਕਰਨੇ ਆ? ਇਹ ਮੌਤ ਚੇਤੇ ਕਰਾਉਂਦੀ ਪਈ ਹੈ ਜਿਹੜੀ ਭੂਰ ਹੋ ਗਈ ਹੈ। ਜਦੋਂ ਇਹਨੂੰ ਵੇਖਣਾ, ਜਦੋਂ ਮੈਂ ਆਪਣਾ ਚਿਹਰਾ ਸ਼ੀਸ਼ੇ ਵਿੱਚ ਵੇਖਣਾ ਤੇ ਆਪਣੀ ਭੂਰ ਦਾੜੀ ਵੇਖ ਕੇ ਤੇ ਮੈਨੂੰ ਚੇਤੇ ਆ ਜਾਂਦਾ ਹੈ, ਐਂ ਜਾਪਦਾ ਵੀ ਜਿਵੇਂ ਮੇਰੀ ਮੌਤ ਨੇੜੇ ਆ ਗਈ। ਆਪਾਂ ਕੀ ਕਰੀਏ? ਆਪਾਂ ਕਾਲਖ ਦੀ ਡੱਬੀ ਲਿਆਈਏ ਤੇ ਇਹਨੂੰ ਕਾਲਾ ਕਰ ਦਈਏ। ਕੀ ਭੁਲਾਉਣ ਵਾਸਤੇ? ਮੌਤ ਚੇਤੇ ਭੁਲਾਉਣ ਵਾਸਤੇ ਵੀ ਮੌਤ ਚੇਤੇ ਭੁੱਲ ਜੇ। ਮੌਤ ਨੂੰ ਤੇ ਚੇਤੇ ਕਰਨਾ ਸੀ, ਯਾਦ ਕਰਨਾ ਸੀ। ਉਹ ਤੇ ਇੱਕ ਸੁਨੇਹਾ ਆਇਆ ਸੀ ਰੱਬ ਦਾ, ਪਰਮੇਸ਼ਰ ਨੇ ਇੱਕ ਸੁਨੇਹਾ ਦਿੱਤਾ ਹੈ। ਕਈ ਤਰ੍ਹਾਂ ਦੇ ਮਨੁੱਖ ਨੂੰ ਸੁਨੇਹੇ ਆਉਂਦੇ ਨੇ ਮੌਤ ਪਰਥਾਏ। ਕਦੇ ਦਾੜੀ ਭੂਰ ਦਾ ਸੁਨੇਹਾ ਹੈ, ਨੇਤਰਾਂ ਦੀ ਨਿਗਾਹ ਘਟ ਗਈ ਤਾਂ ਸੁਨੇਹਾ ਹੈ, ਕੰਨਾਂ ਦੀ ਸਰੋਤ ਘਟ ਗਈ ਤਾਂ ਸੁਨੇਹਾ ਹੈ। ਇਹ ਸੁਨੇਹੇ ਨੇ ਨਾ। ਬਜ਼ੁਰਗਾਂ ਨੂੰ ਪੁੱਛ ਕੇ ਵੇਖੋ, ਕਹਿੰਦੇ ਸੁਣਦਾ ਬੜਾ ਘੱਟ ਹੈ। ਕਹਿੰਦੇ ਮੌਤ ਦਾ ਸੁਨੇਹਾ ਆ ਗਿਆ, ਘੱਟ ਦਿਖਣ ਲੱਗ ਪਿਆ। ਮੌਤ ਦਾ ਸੁਨੇਹਾ ਹੈ, ਬੜੀ ਬੜੀ ਦੂਰ ਤੱਕ ਵੇਖ ਲੈਂਦਾ ਸੀ, ਹੁਣ ਤੇ ਨੇੜੇ ਮੱਥੇ ਤੇ ਹੱਥ ਰੱਖ ਕੇ ਵੇਖਣਾ ਪੈਂਦਾ ਵੀ ਤੂੰ ਹੈ ਕੌਣ। ਇਹ ਕੀ ਹੈ? ਮੌਤ ਦਾ ਸੁਨੇਹਾ ਨਹੀਂ। ਅਸੀਂ ਕੀ ਕੀਤਾ? ਇਸ ਸੁਨੇਹੇ ਨੂੰ ਜਵਾਬ ਦੇਣ ਦਾ ਯਤਨ ਕੀਤਾ ਵੀ ਨਹੀਂ। ਭਗਤ ਜੀ ਕਹਿੰਦੇ ਘੜੀ ਘੜੀ ਕਰਕੇ, ਦਿਨ ਦਿਨ ਕਰਕੇ, ਪਲ ਪਲ ਕਰਕੇ ਤੇਰੀ ਜਿਹੜੀ ਆਯੂ ਹੈ, ਉਮਰ ਹੈ, ਉਹ ਘਟਦੀ ਜਾ ਰਹੀ ਹੈ, ਵੱਧਦੀ ਨਹੀਂ ਪਈ। ਇੱਕ ਭੁਲੇਖਾ ਹੈ ਇਹ ਸਾਡੀ ਉਮਰ ਵੱਧਦੀ ਪਈ, ਅਸੀਂ ਵੱਡੇ ਹੁੰਦੇ ਪਏ, ਵੱਡੇ ਨਹੀਂ ਹੁੰਦੇ ਪਏ। ਮੰਨ ਲਓ ਸਾਡੇ ਕੋਲ ਇੱਕ ਸੀਮਤ ਖਜ਼ਾਨਾ ਹੋਵੇ, ਇੱਕ ਸੀਮਤ ਖਜ਼ਾਨਾ ਹੈ ਤੇ ਉਹਦੇ ਵਿੱਚੋਂ ਅਸੀਂ ਰੋਜ਼ ਕੁਛ ਨਾ ਕੁਛ ਖਰਚੀ ਜਾਂਦੇ ਹਾਂ। ਕੀ ਉਹ ਖਜ਼ਾਨਾ ਵਧੇਗਾ ਕਿ ਘਟੇਗਾ? ਮੰਨ ਲਓ ਕੋਈ ਸੀਮਤ ਰੁਪਈਏ ਨੇ ਸਾਡੇ ਕੋਲ, ਕੋਈ ਸੀਮਤ ਪੈਸੇ ਪਏ ਨੇ
ਤੇ ਆਪਾਂ ਰੋਜ਼ ਹੀ ਉਹਦੇ ਵਿੱਚੋਂ ਵਰਤਦੇ ਪਏ ਆ। ਤੇ ਜੇ ਕੋਈ ਆਖੇ ਵੀ ਮੈਂ ਰੋਜ਼ ਵਰਤਦਾ ਪਿਆ ਤੇ ਉਹ ਵੱਧਦੀ ਜਾਂਦੇ ਨੇ, ਉਹ ਸਵਾਲ ਪੈਦਾ ਹੋ ਸਕਦਾ, ਉਹ ਤੇ ਘਟੀ ਜਾਂਦੇ ਨੇ। ਸਾਨੂੰ ਇੱਕ ਸੀਮਿਤ ਸਵਾਸਾਂ ਦਾ ਖਜ਼ਾਨਾ ਪਰਮੇਸ਼ਰ ਨੇ ਦਿੱਤਾ ਹੈ ਤੇ ਉਸ ਖਜ਼ਾਨੇ ਚੋਂ ਰੋਜ਼ ਹੀ ਪਤਾ ਨਹੀਂ ਕਿੰਨੇ ਕੁ ਸਵਾਸ ਖਰਚ ਹੁੰਦੇ ਨੇ। ਅਨੇਕਾਂ ਸਵਾਸ ਰੋਜ਼ ਖਰਚ ਹੁੰਦੇ ਨੇ, ਅਨੇਕਾਂ ਹੀ। ਰੋਜ਼ ਆਯੂ ਘਟਦੀ ਪਈ ਆ, ਉਮਰ ਘਟਦੀ ਪਈ ਹੈ। ਤੇ ਭਗਤ ਜੀ ਆਖਣਗੇ ਕਾਲ ਅਹੇਰੀ ਕਾਲ ਸ਼ਿਕਾਰੀ ਫਿਰ ਬਦਕ ਜਿਉ। ਸ਼ਿਕਾਰ ਕਰਨ ਫਿਰਦਾ ਹੈ ਸ਼ਿਕਾਰੀ, ਸ਼ਿਕਾਰ ਕਰਨ ਨੂੰ ਤਿਆਰ ਬੈਠਾ ਹੈ। ਐ ਫਿਰਦਾ ਪਿਆ ਜਿਵੇਂ ਸ਼ਿਕਾਰੀ ਫਿਰਦਾ ਹੁੰਦਾ ਸ਼ਿਕਾਰ ਵਾਸਤੇ। ਮੌਤ ਰੂਪੀ ਸ਼ਿਕਾਰੀ ਹੈ ਕੋਈ ਤੇਰੇ ਕੋਲ ਤਰੀਕਾ ਉਹਦੇ ਕੋਲੋਂ ਬਚਣ ਵਾਸਤੇ? ਕਹੋ ਕੌਣ ਬਿਧ ਕੀਜੈ, ਦੱਸ ਕਿਹੜਾ ਤਰੀਕਾ ਵਰਤੇਗਾ? ਮੌਤ ਤੋਂ ਬਚਣ ਦਾ ਕੋਈ ਤਰੀਕਾ ਹੈ ਕਿਸੇ ਕੋਲ ਵੀ ਬਚ ਜਾਵੇ? ਯਤਨ ਬੜਿਆਂ ਨੇ ਕੀਤੇ, ਅਫਲਾਤੂਨ ਵਰਗਿਆਂ ਨੇ ਯਤਨ ਕੀਤੇ ਸ਼ਾਇਦ ਮੌਤ ਤੋਂ ਬਚ ਜਾਈਏ। ਹਰਨਾਕਸ਼ ਵਰਗਿਆਂ ਨੇ ਬੜੇ ਯਤਨ ਕੀਤੇ ਸ਼ਾਇਦ ਮੌਤ ਤੋਂ ਬਚ ਜਾਈਏ। ਰਾਵਣ ਵਰਗਿਆਂ ਨੇ ਬੜੇ ਯਤਨ ਕੀਤੇ ਸ਼ਾਇਦ ਮੌਤ ਤੋਂ ਬਚ ਜਾਈਏ। ਬਚ ਸਕੇ? ਅਸੀਂ ਕਿਹੜੀ ਵਿਚਾਰੀ ਦੇ ਹਾਂ? ਭਗਤ ਜੀ ਕਹਿੰਦੇ ਉਹ ਦਿਨ ਆ ਰਿਹਾ ਭਾਈ जिस दिन आके मौत रूपी शिकारी ने, काल शिकारी ने आके पकड़ लेना है। जब लग जोत काया मैं भरत विश्राम दे के रहाओ कह के सतगुर पातशाह जी कहते जिन्ना चिर जीव आत्मा इस शरीर विच वरतदी है उन्ना चिर मनुख नूं समझ नहीं आउंदी पई। आपा पशु ना बूझे, अपने आपे नूं समझण दा यतन नहीं करदा पिया मैं हां कौन। समझिया कदे अपने आप नूं? पुछिया कदे आपां कौन आ बई? कदे अपने आपे नूं समझण दा यतन कीता? नहीं यतन कीता। क्यों जी? बिरती पशु वाली है। पशु नूं भी नहीं पता मैं कौन आ। चलो पशु तो पशु होया, मनुख नूं भी ना पता होवे फिर भी ये भी पशु समान। ताई तो सतगुरु गुरु अर्जन देव महाराज सच्चे पातशाह जी ने कह दिता भी करतूत पशु की मानस जात। बिरती इहदी भी पशु वाली। अपने आपे नूं नहीं समझिया, अपने असले नूं नहीं समझिया। मेरा असला की है, मेरा आपा की है, मैं की करन वास्ते आया, मेरा मनोरथ की है संसार दे विच आउण दा। सतगुरु गुरु अमरदास महाराज सच्चे पातशाह जी ने आवाज दे के समझाउणा कीता भी तू कौन है बई? अपने आपे नूं पछाण। आपां इस गल नूं समझीए हाँ सारे, आखिए इस गल नूं। सतगुरु पातशाह जी दे कथन अनुसार मन तू जोत स्वरूप है, मन तू जोत स्वरूप है, मन तू अपना मूल पछाण, अपना मूल पछाण। सतगुरु कहते पछाणदा ही नहीं पिया। आपा पशु ना बूझे की करदा पिया? लालच करे जीवन पाद कारण होर जी लवां, होर जी लवां। किसी नूं पुछ के वेख लो, भावें को 80 साल जी चुका है, भावें को 90 साल जी चुका है, भावें किसी की 100 साल की उम्र क्यों नहीं हो गई, आखेगा भी बस बड़ा जी लिया, बहुत हो गया भी हुण तां 100 साल जी लिया, बड़ा जी लिया जी, बहुत जी लिया। नहीं, वो कहता होर जीना, मनुख कहता होर जीना, होर जीना, हले मैं होर जीना चाहता भी इन्ना जी के की कर लिया जिहड़ा कोई होर जी के कर लेगा। 80 साल जी के की कमाई की जिहड़ी कोई 10 साल होर जी के कर लेगा।
जिन्नी क 80 साल जी के कर ली उन्नी क 10 साल होर जी के कर लेगा। चाहिदा तो ये सी भी जीवन दे विच कोई घाल ना घालदा कीता की। भगत जी कहते की कीता, केवल ते केवल जीवन का ही लालच करदा है, बस होर जी लवा। लालच करे जीवन पद कारण, लोचन कछू ना सूझे। नज़र कुछ नहीं आउंदा पिया, अखां नाल वेखदा नहीं पिया, कितों तुरिया सी किते पहुंच गया। आत्मक तौर पर उत्थे ही खलोता रहा, शरीरक तौर पर कितों तुरिया, किते बालपने तो तुरिया, वडेपा आ गया। कुछ भी समझ ना आया भी बालपना लंघ गया, जवानी लंघ गई, वडेपा भी तकरीबन मुक्कण वाला। अज तक समझ नहीं आई, कुछ समझिया ही नहीं। बालपना किवें लंघ गया, जवानी किवें लंघ गई। 10 बलपण 20 रवण 30 का सुंदर कहावै, 40 सिपुर होए 85 पग खिसै, 60 के वडे पब आवे, 17 का मतहीन 80 का विहार न पावै। पता लगा कोई समझ नहीं आई किवें लंघ गया। क्यों वेखे ही नहीं, कदे झाती ही नहीं मारी, समझ ही नहीं आई। फिर जीवन का लालच करदा है, लालच करे जीवन पाद कारण, लोचन कछू ना सूझै। कहत कबीर सुन रे प्राणी। भगत कबीर जी एक हदायत करते पे ने, प्राणी नूं संबोधन करते हुए, हे प्राणी। इत्थे शब्द प्राणी आवे ना, प्राणी ते विश्राम हुंदा है। जे प्राणी शब्द की आरंभता दे विच ही आ जावे ना, जिवें प्राणी तू आया लाहा लैण, लगा कित को फकड़े सब मुकदी चली रहन। भगत जी कहते प्राणी सुन, भरम छड्ड दे, भरम मन का भरम छड्ड दे, छोड़ो मन के भरमा भुलेखा है तेरा। जे 70 साल जी के कुछ नहीं किया तो 10 साल होर जी के की कर लेगा, भुलेखा है तेरा। एक कर्म करया कर। एक हदायत की भगत जी ने, आखन लगे केवल नाम जपो रे प्राणी, परो एक की सरना। केवल ते केवल ओ प्रभु परिपूर्ण परमात्मा परमेश्वर का नाम जपया कर बस। एक गल का होर ख्याल रखी, आसरा एक ओदा ही तकी, शरण एक दी तकी। एक दी शरण आ जाए चंगा रहेगा। एक बेड़े च सवार हो जा, पार हो जाएगा। हुण कितना स्पष्ट शब्द है, केवल नाम जपो रे प्राणी, परो एक की शरणा, इको दी शरण। ते सानू ये अंदाजा ते लाउणा पवेगा भी असीं एक दी शरण दे विच है, असीं एक दी शरण विच आए। मैं कल किते अरदास सुन रहा सी किसी डेरे दी, अरदास करने वाला कह रहा सी, धन धन श्री गुरु ग्रंथ साहब महाराज सच्चे पातशाह जी, धन धन बाबा फलाना सिंह जी सच्चे पातशाह जी। मैं बड़ा हैरान होया भी कमाल की गल है, हद हो गई भी धन धन श्री गुरु ग्रंथ साहब महाराज सच्चे पातशाह जी की बराबरी उन्होंने देन लग पे, जेड़े अज है कल नूं पता ही नहीं कदों मलिया मेट हो जाना है, उन्होंने देंदे पे ने। जां उन्होंने कह लो जेड़े मलिया मेट हो चुके ने, उन्होंने गुरु ग्रंथ साहब महाराज सच्चे पातशाह जी के बराबर तुलना देंदे पे ने। गुरु के बराबर कोई भी नहीं हो सकता। एक गल चेते रखियो, जिहड़ा गुरु ग्रंथ साहब महाराज सच्चे पातशाह जी की हजूरी दे विच अरदास करने वाला है ना, सानू बड़ा कुछ सतगुरु पातशाह जी ने समझाउणा कीता, पर साडी समझ तो परे है।
गुरु की हजूरी दे विच अरदास गुरु के सन्मुख गुरु का ही नाम लैके करनी है, ना कि किसी बाबे का। ते जे कोई किसी का नाम लैके अरदास करता पिया तो उन्होंने फतेह बुला के पिछे आ जाओ भी नहीं भाई तेरी साडी नहीं बननी। असीं उपासक एक दे, असीं पुजारियां एक दे, असीं केवल ते केवल गुरु ग्रंथ साहब महाराज सच्चे पातशाह जी दे पुजारी आ, किसी बाबे दे नहीं। अरदास करनी है तो गुरु ग्रंथ साहब महाराज सच्चे पातशाह जी की हजूरी ते गुरु का नाम लैके कर। हुण तू दो जणियां दा नाम लैके करदा पे धन धन बाबा फलाणा सिंह जी महाराज। हुण जां ते बाबा फलाणा सिंह सुनेगा गुरु ग्रंथ साहब ने तो सुननी कोई नहीं, क्यों जो किसी नूं बराबर जू रखता तू गुरु दे ते गुरु दे बराबर कोई होया नहीं ते ना कोई हो सकता है। भगत जी एक हदायत करते पे ने, कहते एक दी शरण विच आ जा ते केवल परमेश्वर दा नाम जप, केवल नाम जपो रे प्राणी परो एक की सरना रहो विचार। सतगुरु जी कृपा करन बख्शिश करन सानू गुरु शब्दां दी समझ आ जावे तां जो साडे लोक सुखीए परलोक सुहेले नानक हर प्रभ आपै मेले ये अवस्था नूं प्राप्त हो जाइए। भुलां चुकां दी खिमा सतगुरु पातशाह जी कृपा करन बख्शिश करन। इसे तरह नाम बाणी सेवा सिमरन